Good morning, beta. Today we are going to do how to write a memo. Memo writing is very important, and memo means memorandum. It is short for memorandum. Memorandum means a note to help the memory. So ਜਿਹੜਾ ਇਹ ਨੋਟ ਜਿਹੜਾ ਅਸੀਂ ਕਿਸੇ ਨੂੰ ਭੇਜਦੇ ਹਾਂ, ਜਿਹੜਾ ਸਾਨੂੰ ਯਾਦ ਰੱਖਣ ਦੇ ਵਿੱਚ ਮਦਦ ਕਰਦਾ ਹੈ, ਉਸ ਨੂੰ ਅਸੀਂ ਮੀਮੋ ਕਹਿੰਦੇ ਹਾਂ। ਮੀਮੋ ਰਾਈਟਿੰਗ ਜਿਹੜੀ ਹੈ ਇਹ ਉਹ ਲੈਟਰਸ ਹੁੰਦੀਆਂ ਨੇ ਜਾਂ ਉਹ ਨੋਟਿਸ ਹੁੰਦੇ ਨੇ ਜਿਹੜੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਅੰਦਰ ਲਿਖੇ ਜਾਂਦੇ ਨੇ। ਮੀਮੋਜ਼ ਨੂੰ ਅਸੀਂ ਕਹੀਏ ਤਾਂ ਦੇ ਆਰ ਮੈਂਟ ਫॉर ਕਮਿਊਨੀਕੇਸ਼ਨ within a company or among various branches or divisions of the same company. ਮੀਮੋ ਲਿਖਿਆ ਜਾ ਸਕਦਾ ਹੈ ਆਪਸ ਦੇ ਵਿੱਚ, ਅਫਸਰਾਂ ਦੇ ਵਿੱਚ, EMPLOYEES ਦੇ ਵਿੱਚ, ਇੱਕ ਦੂਜੇ ਨੂੰ ਰਿਮਾਈਂਡਰ ਦੇਣ ਦੇ ਲਈ, ਯਾਦ ਕਰਾਉਣ ਦੇ ਲਈ। ਬੌਸ ਵੱਲੋਂ ਲਿਖਿਆ ਜਾ ਸਕਦਾ ਹੈ ਆਪਣੇ EMPLOYEES ਲਈ। ਸੋ ਇਹ ਮੀਮੋ ਜਿਹੜਾ ਹੁੰਦਾ ਹੈ ਇਹ ਸਾਨੂੰ ਹੈਲਪ ਕਰਦਾ ਹੈ ਕੁਝ ਯਾਦ ਰੱਖਣ ਦੇ ਵਿੱਚ। ਇਹ ਮੀਮੋਜ਼ ਜਿਹੜੇ ਨੇ ਇਹ ਫੈਕਟਸ ਅਤੇ ਪ੍ਰੋਬਲਮ ਰਿਲੇਟਡ ਇਨਫੋਰਮੇਸ਼ਨ ਜਿਨ੍ਹਾਂ ਨੂੰ ਅਸੀਂ ਰਿਪੋਰਟਸ ਕਹਿੰਦੇ ਹਾਂ ਉਹ ਪਹੁੰਚਾਉਂਦੇ ਨੇ। ਦੇ ਆਰ ਜਸਟ ਨੋਨ ਐਜ਼ ਮੈਮੋਰੈਂਡਮਸ ਔਰ ਮੀਮੋਜ਼। ਦੇ ਯੂਜੂਅਲੀ ਕਨਵੇ ਰੂਟੀਨ ਮੈਸੇਜਸ ਜਿਹੜੇ ਆਮ ਕਰਕੇ ਕੋਈ ਸੁਨੇਹਾ ਦੇਣਾ, ਕੋਈ ਕੁਛ ਹੈ, ਦੇ ਆਰ ਮੀਮੋਜ਼। They are informal notes among the employees. ਫਿਰ formal messages ਜਿਹੜੇ ਤੁਸੀਂ ਆਪਣੇ ਬੌਸ ਨੂੰ ਦੇਣੇ ਨੇ ਉਹ। ਫਿਰ periodical reports। ਉਸ ਤੋਂ ਇਲਾਵਾ ਕੋਈ ਡਿਸੀਜਨ ਹੋ ਗਿਆ ਉਹਨੂੰ ਕਨਫਰਮ ਕਰਨ ਲਈ। ਫਿਰ ਕੋਈ ਸਟਾਫ ਨੂੰ ਆਰਡਰ ਕਰਨ ਦੇ ਲਈ। ਅਤੇ ਉਸ ਤੋਂ ਬਾਅਦ ਕੋਈ ਐਕਸਪਲੇਨੇਸ਼ਨ ਕਿਸੇ ਦੀ ਲੈਣੀ ਹੈ, ਕਿਸੇ ਤੋਂ ਐਕਸਪਲੇਨੇਸ਼ਨ ਭਾਲਦੇ ਹੋ ਤਾਂ ਉਹ। ਸੋ ਇਹ ਸਾਰੀ ਚੀਜ਼ਾਂ ਦੇ ਲਈ ਵੀ ਯੂਜ਼ ਮੀਮੋਜ਼। ਜਿਹੜੀਆਂ ਲਾਰਜ ਕੰਪਨੀਜ਼ ਨੇ ਉਹਨਾਂ ਨੇ ਆਪਣੇ ਸਟੇਸ਼ਨਰੀ ਮੀਮੋ ਦੇ ਨਾਮ ਦੇ ਅੰਡਰ ਪ੍ਰਿੰਟ ਕਰਾਈ ਹੁੰਦੀ ਹੈ, ਜਿਸ 'ਤੇ ਵਰਡ ਮੀਮੋ ਉੱਪਰ ਲਿਖਿਆ ਹੁੰਦਾ ਹੈ ਬਲੌਕ ਲੈਟਰਸ ਦੇ ਵਿੱਚ। ਅਤੇ ਬਹੁਤਿਆਂ ਦੇ ਵਿੱਚ ਆਫਿਸ ਮੀਮੋ, ਇੰਟਰ ਆਫਿਸ ਕਮਿਊਨੀਕੇਸ਼ਨ, ਇੰਟਰ ਆਫਿਸ ਕੋਰਸਪੋਂਡੈਂਸ ਜਾਂ ਮੀਮੋ ਵਰਡ ਨੂੰ ਯੂਜ਼ ਕੀਤਾ ਜਾਂਦਾ ਹੈ। ਉਸ ਦੇ ਵਿੱਚ ਸਪੈਸੀਫਿਕ ਹੈਡਿੰਗਸ ਦੇ ਦਿੱਤੀਆਂ ਜਾਂਦੀਆਂ ਨੇ, ਜਿਵੇਂ ਸਭ ਤੋਂ ਪਹਿਲਾਂ ਹੈ ਡੇਟ, ਫਿਰ ਟੂ ਕਿਹਨੂੰ ਲਿਖਣਾ ਹੈ, ਫਰੋਮ ਕੌਣ ਲਿਖ ਰਿਹਾ ਹੈ, ਅਤੇ ਸਬਜੈਕਟ ਕੀ ਹੈ, ਅਤੇ ਇਹਨਾਂ ਨੂੰ ਕਿਵੇਂ ਅਸੀਂ ਲਿਖ ਸਕਦੇ ਹਾਂ। ਜਿਹੜੇ ਮੈਮੋਰੈਂਡਮ ਲਿਖਿਆ ਜਾਂਦਾ ਹੈ ਇਹ ਇੱਕ ਬੜਾ ਸਿਸਟਮੈਟਿਕ ਅਤੇ ਬੜਾ ਸੋਹਣਾ ਤਰੀਕਾ ਹੈ ਕਿਸੇ ਨੂੰ ਕੋਈ ਰਿਮਾਈਂਡਰ ਦੇਣ ਦੇ ਲਈ। ਇਸ ਦੇ ਵਿੱਚ ਐਰਰਸ ਨਹੀਂ ਹੋਣੇ ਚਾਹੀਦੇ। ਐਰਰਸ ਦਾ ਮਤਲਬ ਹੈ ਗਲਤੀਆਂ ਕੋਈ ਨਹੀਂ ਹੋਣੀਆਂ ਚਾਹੀਦੀਆਂ। ਤੁਹਾਡੀ ਜਿਹੜੀ ਟੋਨ ਹੈ ਉਹ ਪੋਜ਼ੀਟਿਵ ਹੋਣੀ ਚਾਹੀਦੀ ਹੈ। ਤੁਹਾਡੀ ਜਿਹੜੀ ਪਰਪਸ ਹੈ, ਤੁਹਾਡਾ ਸਬਜੈਕਟ ਹੈ, ਉਹ ਕਲੀਅਰ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਕੋਈ ਵੀ ਜਦੋਂ ਥਾਟਸ ਲਿਖਦੇ ਹੋ ਤਾਂ ਉਹ ਥਾਟਸ ਜਿਹੜੇ ਨੇ ਉਹ ਇਨਫੋਰਮੇਸ਼ਨ ਇੱਕ ਤਾਂ ਐਗਜ਼ੈਕਟ ਹੋਣੀ ਚਾਹੀਦੀ ਹੈ, ਫੈਕਟ ਹੋਣਾ ਚਾਹੀਦਾ, ਅਤੇ ਦੂਜੀ ਗੱਲ ਉਹਦੀ ਇੱਕ ਸੀਕੁਐਂਸ ਹੈ ਜਿਹੜੀ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਵੇਰੀਏਸ਼ਨਸ ਫਾਰਮੈਟ ਦੇ ਵਿੱਚ ਕਈ ਵਾਰ ਹੁੰਦੇ ਨੇ। ਕਈ ਵਾਰ ਕੋਈ ਟੂ ਪਹਿਲਾਂ ਲਿਖ ਕੇ, ਫਰੋਮ ਬਾਅਦ 'ਚ ਲਿਖ ਕੇ, ਡੇਟ ਬਾਅਦ 'ਚ ਪਾਉਂਦਾ ਹੈ, ਫਿਰ ਸਬਜੈਕਟ ਉਸ ਤਰ੍ਹਾਂ ਲਿਖਦਾ ਹੈ। ਉਹ ਡਿਪੈਂਡ ਕਰਦਾ ਹੈ, ਹਰ ਆਪਣੀ ਕੰਪਨੀ ਆਪਣੇ ਅਕੋਰਡਿੰਗਲੀ ਮੀਮੋ ਨੂੰ ਪ੍ਰਿੰਟ ਕਰਾਉਂਦੀ ਹੈ ਜਾਂ ਬਣਾਉਂਦੀ ਹੈ। ਹੁਣ ਆਪਾਂ ਜਦੋਂ ਮੀਮੋ ਰਾਈਟਿੰਗ ਸ਼ੁਰੂ ਕਰਨੀ ਹੈ ਤਾਂ ਮੈਂ ਤੁਹਾਨੂੰ ਕੁਛ ਮੀਮੋਜ਼ ਫੋਟੋਜ਼ ਦੇ ਰੂਪ ਵਿੱਚ ਭੇਜਾਂਗੀ ਅਤੇ ਤੁਸੀਂ ਉਹ ਮੀਮੋਜ਼ ਨੂੰ ਪੜ੍ਹਨਾ ਹੈ। ਉਹਨਾਂ ਦਾ ਇਹ ਪੱਕਾ ਫਾਰਮੈਟ ਹੈ ਕਿ ਸਭ ਤੋਂ ਪਹਿਲਾਂ ਉੱਪਰ ਆਪਣੀ ਇੰਸਟੀਚਿਊਟ ਜਾਂ ਫੈਕਟਰੀ ਦਾ ਨਾਮ ਆਏਗਾ, ਫਿਰ ਉਹਦੇ ਨੀਚੇ ਲਿਖਿਆ ਹੋਏਗਾ ਮੀਮੋ। ਉਸ ਤੋਂ ਅੱਗੇ ਟੂ ਕਿਹਨੂੰ ਲਿਖਿਆ, ਫਰੋਮ ਕਿਹਨੂੰ ਕੌਣ ਲਿਖ ਰਿਹਾ ਹੈ, ਕਿਹਦੇ ਵੱਲੋਂ ਲਿਖਿਆ ਗਿਆ ਹੈ, ਫਿਰ ਕਿੰਨੀ ਤਾਰੀਖ ਹੈ, ਫਿਰ ਸਬਜੈਕਟ ਕੀ ਹੈ, ਫਿਰ ਸਬਜੈਕਟ ਤੋਂ ਬਾਅਦ ਉਸ ਜਿਹੜਾ ਬੰਦਾ ਫਰੋਮ ਹੈ, ਫਰੋਮ ਮੀਨਸ ਜਿਹੜਾ ਕਿਸੇ ਨੂੰ ਮੀਮੋ ਲਿਖ ਰਿਹਾ ਹੈ, ਉਹਦੇ ਨੀਚੇ ਨਾਮ ਅਤੇ ਉਹਦਾ ਜਿਹੜੀ ਜੋ ਉਹ ਕੰਮ ਕਰਦਾ ਹੈ,
ਜੇ ਉਹ ਮੈਨੇਜਰ ਹੈ ਤਾਂ ਮੈਨੇਜਰ, ਜੇ ਕੁਝ ਹੋਰ ਹੈ ਤਾਂ ਉਹਦਾ ਨੀਚੇ ਅਹੁਦਾ ਲਿਖਿਆ ਜਾਂਦਾ ਹੈ। ਇਹੀ ਫਾਰਮੈਟ ਹਮੇਸ਼ਾ ਰਹਿਣਾ ਹੈ। ਮੈਂ ਕੁਝ ਪਿਕਚਰਸ ਤੁਹਾਨੂੰ ਸੈਂਡ ਕਰਾਂਗੀ ਤਾਂ ਕਿ ਤੁਸੀਂ ਇਹਨਾਂ ਨੂੰ ਦੇਖ ਕੇ, ਇਹਨਾਂ ਨੂੰ ਪੜ੍ਹ ਕੇ ਮੇਰੇ ਇਸ ਦੇ ਨਾਲ ਆਪਾਂ ਇਹਨੂੰ ਰਿਵਾਈਜ਼ ਕਰ ਸਕੀਏ। ਬਹੁਤਾ ਡਿਫਿਕਲਟ ਨਹੀਂ ਹੈ। ਯੂ ਕੈਨ ਆਲਵੇਜ਼ ਸੈਂਡ ਮੀਮੋਜ਼ ਟੂ ਯੋਰ ਫਰੈਂਡਸ। ਅਤੇ ਜਦੋਂ ਕਦੇ ਨੌਕਰੀ 'ਤੇ ਲੱਗੋਗੇ ਤਾਂ ਤੁਹਾਨੂੰ ਮੀਮੋਜ਼ ਮਿਲਦੇ ਹੀ ਰਹਿਣਗੇ ਬੌਸ ਤੋਂ, ਔਰ ਇਹ ਮੀਮੋਜ਼ ਹੈਲਪ ਕਰਦੇ ਨੇ ਸਾਨੂੰ ਆਪਣੀ ਐਫੀਸ਼ੀਐਂਸੀ, ਆਪਣੀਆਂ ਪ੍ਰੋਬਲਮ ਸੋਲਵਿੰਗ ਦੇ ਵਿੱਚ, ਆਪਣੀ ਚੰਗੇ ਕਾਰਗੁਜ਼ਾਰੀ ਦੇ ਵਿੱਚ, ਜਿਸ ਕਰਕੇ ਅਸੀਂ ਅੱਛੇ ਵਰਕਰ ਜਾਂ ਅੱਛੇ EMPLOYEE ਬਣ ਸਕਦੇ ਹਾਂ। ਮੈਂ ਤੁਹਾਨੂੰ ਹੁਣ ਭੇਜਦੀ ਹਾਂ ਤਾਂ ਕਿ ਤੁਸੀਂ ਇਹਨਾਂ ਨੂੰ ਲਰਨ ਕਰ ਸਕੋ ਔਰ ਦੇਖ ਸਕੋ ਕਿਸ ਤਰ੍ਹਾਂ ਲਿਖੇ ਜਾਂਦੇ ਨੇ ਮੀਮੋਜ਼। ਥੈਂਕ ਯੂ।